हाँ जी स्टूडेंट्स, टुडे वी विल डिस्कस हिस्ट्री ऑफ ट्रेड। फस्ट ऑफ ऑल ਆਪਾਂ ਜਿਹੜੀ ਪ੍ਰੀਵੀਅਸ ਕਲਾਸ ਦੇ ਵਿੱਚ ਟੌਪਿਕਸ ਪੜ੍ਹੇ ਨੇ ਉਹਨਾਂ ਨੂੰ ਅੱਜ ਰਿਵਾਈਜ਼ ਕਰਾਂਗੇ, ਠੀਕ ਆ। ਫਿਰ ਨੈਕਸਟ ਵੀਡੀਓਜ਼ ਦੇ ਵਿੱਚ ਆਪਾਂ ਜਿਹੜਾ ਨਿਊ ਟੌਪਿਕਸ ਨੇ ਜਿਵੇਂ ਕਿ ਮੈਨੇਜ ਕਿਵੇਂ ਕਰਨਾ ਬਿਜ਼ਨਸ ਨੂੰ, ਉਹ ਆਪਾਂ ਸਟਾਰਟ ਕਰਾਂਗੇ। ਫਸਟ ਦੇਖੋ ਹਿਸਟਰੀ ਆਫ ਟ੍ਰੇਡ। ਟ੍ਰੇਡ ਕੀ ਹੁੰਦਾ? ਟ੍ਰੇਡ ਹੁੰਦਾ ਵਪਾਰ, ਠੀਕ ਆ। ਮਤਲਬ ਜਿਹੜੀ ਇੰਡੀਆ ਦੇ ਵਿੱਚ ਵਪਾਰ ਕਿਵੇਂ ਸ਼ੁਰੂ ਹੋਇਆ, ਇਹ ਦੋ ਰੂਟਸ ਸੀਗੇ ਜਿਹਦੇ ਥਰੂ ਜਿਹੜਾ ਟ੍ਰੇਡ ਆ ਇੰਡੀਆ ਦੇ ਵਿੱਚ ਸ਼ੁਰੂ ਹੋਈ ਸੀਗੀ। ਫਸਟ ਸੀਗਾ ਸਿਲਕ ਰੂਟ ਐਂਡ ਸੈਕਿੰਡ ਵਨ ਸੀਗਾ ਸਪਾਈਸ ਰੂਟ। ਸਿਲਕ ਰੂਟ ਕਿਹਨੂੰ ਕਹਿੰਦੇ ਆ? ਜਦੋਂ ਇੰਡੀਆ ਦੇ ਨਾਲ ਉੱਪਰ ਹਿਮਾਲਿਆ ਜਿਹੜੇ ਹਿਲਸ ਨੇ, ਪਹਾੜੀਆਂ ਪੈਂਦੀਆਂ ਨੇ, ਉਹਨਾਂ ਦੇ ਥਰੂ ਰੋਡਸ ਬਣੇ ਹੋਏ ਸੀਗੇ, ਤਾਂ ਉਹਦੇ ਥਰੂ ਇੰਡੀਆ ਬਾਕੀ ਦੇਸ਼ਾਂ ਦੇ ਨਾਲ ਕਨੈਕਟਡ ਸੀ, ਤਾਂ ਉਹਨੂੰ ਆਪਾਂ ਬੋਲਦੇ ਹਾਂ ਸਿਲਕ ਰੂਟ। ਜਿਹੜਾ ਸਮੁੰਦਰ ਦੇ ਰਸਤੇ ਰਾਹੀਂ ਵਪਾਰ ਹੁੰਦਾ ਸੀ ਉਹਨੂੰ ਕਹਿੰਦੇ ਸੀ ਸਪਾਈਸ ਰੂਟ, ਠੀਕ ਹੈ। ਉਸ ਤੋਂ ਬਾਅਦ ਬਿਜ਼ਨਸ ਜਿਹੜਾ ਜਾਂ ਟ੍ਰੇਡ ਹੋ ਰਿਹਾ ਸੀ ਉਸ ਸਮੇਂ, ਉਹਦੇ ਵਿੱਚ ਇੱਕ ਇੰਡੀਜੀਨੀਅਸ ਬੈਂਕਿੰਗ ਸਿਸਟਮ ਦੀ ਟਰਮ ਆਉਂਦੀ ਆ। ਇਹਦਾ ਮੀਨਿੰਗ ਕੀ ਹੈ ਉਹ ਦੇਖ ਲਓ। ਇੰਡੀਜੀਨੀਅਸ ਬੈਂਕਿੰਗ ਸਿਸਟਮ ਹੁੰਦਾ ਜਦੋਂ ਕੋਈ ਬੈਂਕਸ ਵਗੈਰਾ ਨਾ ਹੋ ਕੇ ਜਿਹੜੇ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਅਮੀਰ ਲੋਕ ਹੁੰਦੇ ਆ, ਉਹ ਦੂਜੇ ਲੋਕਾਂ ਨੂੰ ਕੁਝ ਪੈਸੇ ਉਧਾਰ ਦਿੰਦੇ ਆ, ਉਹਨਾਂ ਤੋਂ ਇੰਟਰਸਟ ਵਗੈਰਾ ਚਾਰਜ ਕਰਦੇ ਆ, ਠੀਕ ਆ। ਸੋ ਇਹਦੇ ਵਿੱਚ ਕੁਛ ਇੱਦਾਂ ਦੀਆਂ ਕਮਿਊਨਿਟੀ ਸੀਗੀਆਂ ਜਿਹੜੀਆਂ ਇਹ ਇੰਡੀਜੀਨੀਅਸ ਬੈਂਕਿੰਗ ਸਿਸਟਮ ਨਾਲ ਜੁੜੀਆਂ ਹੋਈਆਂ ਸੀ। ਕੁਛ ਇੱਦਾਂ ਦੀਆਂ ਲੋਕ ਸੀਗੇ ਲਾਈਕ ਪੰਜਾਬੀ, ਮੁਲਤਾਨੀ, ਭੱਟ, ਮਹਾਜਨ ਐਂਡ ਜੱਟ, ਠੀਕ ਆ। ਸੋ ਜਿਹੜੀ ਨਾਰਥ ਇੰਡੀਆ ਵਾਲੀ ਸਾਈਡ ਸੀ, ਇਹ ਪੰਜਾਬੀ ਅਤੇ ਮੁਲਤਾਨੀ ਜਿਹੜੇ ਲੋਕ ਸੀਗੇ ਕਮਿਊਨਿਟੀ ਦੇ, ਜਿਹੜੇ ਕਿ ਇੱਕ ਦੂਜੇ ਨੂੰ ਪੈਸੇ ਵਗੈਰਾ ਦਿੰਦੇ ਸੀ। ਜਦ ਕਿ ਜਿਹੜੀ ਭੱਟ ਨਾਂ ਦੀ ਕਮਿਊਨਿਟੀ ਸੀ ਇਹ ਗੁਜਰਾਤ ਦੇ ਵਿੱਚ ਸੀਗੀ, ਠੀਕ ਹੈ। ਐਂਡ ਜਿਹੜੇ ਮਹਾਜਨ ਸੀ ਇਹ ਵੈਸਟਰਨ ਸਾਈਡ ਸੀਗੇ ਇੰਡੀਆ ਦੇ, ਐਂਡ ਸਾਊਥ ਵਾਲੀ ਸਾਈਡ ਸੀਗੇ ਜੱਟ, ਠੀਕ ਆ। ਨੈਕਸਟ ਹੈ ਇਹਦੇ ਵਿੱਚ ਮੇਜਰ ਟ੍ਰੇਡ ਸੈਂਟਰਸ। ਮੇਜਰ ਟ੍ਰੇਡ ਸੈਂਟਰ ਮਤਲਬ ਜਿਹੜੇ ਮੇਨ ਵਪਾਰ ਦੇ ਕੇਂਦਰ ਸੀਗੇ ਉਹ ਕਿਹੜੇ ਕਿਹੜੇ ਸੀ। ਇਹਦੇ ਵਿੱਚ ਕਾਫੀ ਸਾਰੇ ਨੰਬਰ ਆਫ ਟ੍ਰੇਡ ਸੈਂਟਰਸ ਆਪਾਂ ਪੜ੍ਹੇ ਨੇ ਕਲਾਸ ਦੇ ਵਿੱਚ, ਬਟ ਇਹਨਾਂ ਦੇ ਵਿੱਚ ਜਿਹੜੇ ਫਿਊ ਨੇ ਜਿਹੜੇ ਕੁਝ ਬਹੁਤ ਇੰਪੋਰਟੈਂਟ ਸੀ ਉਹ ਸੀ ਪਾਟਲੀਪੁੱਤਰ, ਜਿਹਨੂੰ ਕਿ ਹੁਣ ਪਟਨਾ ਵੀ ਕਹਿੰਦੇ ਆ। ਇਹਦੇ ਵਿੱਚੋਂ ਜਿਹੜੀ ਐਕਸਪੋਰਟ ਹੁੰਦੀ ਸੀਗੀ ਸਟੋਨਸ ਦੀ ਹੁੰਦੀ ਸੀ, ਠੀਕ ਆ। ਇਸ ਤੋਂ ਬਾਅਦ ਸੀਗਾ ਪੁਰਾਣੇ ਇੰਡੀਆ ਦੇ ਵਿੱਚ ਪੇਸ਼ਾਵਰ, ਜਿਹੜਾ ਕਿ ਹੁਣ ਪਾਕਿਸਤਾਨ ਦਾ ਪਾਰਟ ਆ। ਇੱਥੋਂ ਜਿਹੜਾ ਵੂਲ ਆ ਜਿਹਨੂੰ ਆਪਾਂ ਉੱਨ ਕਹਿੰਦੇ ਆ, ਉਹ ਬਹੁਤ ਜ਼ਿਆਦਾ ਐਕਸਪੋਰਟ ਕੀਤੀ ਜਾਂਦੀ ਸੀਗੀ। ਨੈਕਸਟ ਸੀ ਆਪਣੇ ਕੋਲੇ ਵਾਰਾਣਸੀ। ਵਾਰਾਣਸੀ ਤੋਂ ਜਿਹੜੇ ਸਿਲਕ ਦੇ ਬਣੇ ਹੋਏ ਕੱਪੜੇ ਆ ਉਹ ਐਕਸਪੋਰਟ ਕੀਤੇ ਜਾਂਦੇ ਸੀਗੇ। ਇੰਡੀਆ ਦੀ ਇਕੋਨਮੀ ਪੁਰਾਣੇ ਸਮੇਂ ਦੇ ਵਿੱਚ, ਮਤਲਬ ਜੇ ਆਪਾਂ ਕਾਊਂਟ ਕਰੀਏ 1 ਤੋਂ ਲੈ ਕੇ 7, ਕੁਛ ਫਸਟ 7 ਕੰਟਰੀਜ਼ ਦੇ ਵਿੱਚ, ਤਾਂ ਕਾਫੀ ਵਧੀਆ ਪੋਜੀਸ਼ਨ 'ਤੇ ਇੰਡੀਆ ਜਿਹੜਾ ਕੰਟਰੀ ਉਹ ਆਉਂਦਾ ਸੀਗਾ। ਇਹਦੇ ਵਿੱਚ 1/3 ਵੈਲਥ ਆਫ ਦਾ ਵਰਲਡ ਮੀਨਸ ਉਸ ਸਮੇਂ ਪੁਰਾਣੇ ਸਮੇਂ ਦੇ ਵਿੱਚ ਇੰਡੀਆ ਦੇ ਕੋਲ ਪੂਰੀ ਦੁਨੀਆ ਦਾ 1/3 ਹਿੱਸਾ ਜਿਹੜਾ ਧਨ ਸੀਗਾ ਉਹ ਮੌਜੂਦ ਸੀ, ਠੀਕ ਹੈ। ਨੈਕਸਟ ਸੀਗਾ ਆਪਣੇ ਕੋਲੇ ਇਕਨੋਮਿਕ ਐਂਡ ਨੋਨ ਇਕਨੋਮਿਕ ਐਕਟੀਵਿਟੀਜ਼। ਇਕਨੋਮਿਕ ਅਤੇ ਨੋਨ ਇਕਨੋਮਿਕ ਐਕਟੀਵਿਟੀਜ਼ ਕਿਹੜੀਆਂ ਹੁੰਦੀਆਂ ਨੇ? ਇਕਨੋਮਿਕ ਐਕਟੀਵਿਟੀਜ਼ ਉਹ ਐਕਟੀਵਿਟੀਜ਼ ਹੁੰਦੀਆਂ ਨੇ ਜਿਹਨੂੰ ਆਪਾਂ ਮਨੀ ਨੂੰ ਅਰਨ ਕਰਨ ਦੇ ਲਈ ਕੋਈ ਕੰਮ ਕਰਦੇ ਹਾਂ, ਠੀਕ ਆ। ਹੁਣ ਜਿਵੇਂ ਫੋਰ ਐਗਜ਼ਾਮਪਲ ਕੋਈ ਟੀਚਰ ਟੀਚ ਕਰ ਰਿਹਾ ਸਕੂਲ ਦੇ ਵਿੱਚ, ਜਾਂ ਕੋਈ ਮੈਨੂਫੈਕਚਰਿੰਗ ਦੀ ਫੈਕਟਰੀ ਦੇ ਵਿੱਚ ਵਰਕਰ ਕੰਮ ਕਰ ਰਿਹਾ, ਤਾਂ ਉਹਨੇ ਉੱਥੋਂ ਆਪਦਾ ਮਨੀ ਅਰਨ ਕਰਨੀ। ਉਹਦਾ ਮੇਨ ਪਰਪਜ਼ ਕੀ ਆ? ਪੈਸਾ ਕਮਾਉਣਾ। ਸੋ ਉਹ ਕੀ ਕਰ ਰਿਹਾ? ਇੱਕ ਇਕਨੋਮਿਕ ਐਕਟੀਵਿਟੀ ਕਰ ਰਿਹਾ, ਠੀਕ ਆ। ਉਸ ਤੋਂ ਬਾਅਦ ਹੈ ਨੋਨ ਇਕਨੋਮਿਕ ਐਕਟੀਵਿਟੀਜ਼। ਨੋਨ ਇਕਨੋਮਿਕ ਐਕਟੀਵਿਟੀਜ਼ ਉਹ ਐਕਟੀਵਿਟੀਜ਼ ਹੁੰਦੀਆਂ ਨੇ ਇਨ ਵਿੱਚ ਜਿਹੜਾ ਮੇਨ ਪਰਪਜ਼ ਪਰਸਨ ਦਾ ਆਪਦੇ ਮਨ ਦੀ ਸੈਟਿਸਫੈਕਸ਼ਨ ਹੁੰਦੀ ਆ, ਠੀਕ ਆ, ਨਾ ਕਿ ਕੋਈ ਪੈਸਾ ਅਰਨ ਕਰਨਾ। ਫੋਰ ਐਗਜ਼ਾਮਪਲ ਅ ਮਦਰ ਕੁਕਿੰਗ ਫੂਡ ਫॉर ਹਿਜ਼ ਔਰ ਹਰ ਬੇਬੀ, ਮਤਲਬ ਆਪਦੇ ਬੱਚੇ ਦੇ ਲਈ ਕੋਈ ਮਾਂ ਭੋਜਨ ਬਣਾਉਂਦੀ ਆ। ਸੋ ਇਹ ਕੀ ਆ? ਇੱਕ ਨੋਨ ਇਕਨੋਮਿਕ ਐਕਟੀਵਿਟੀ ਆ। ਨੈਕਸਟ ਆਪਾਂ ਇਹਦੇ ਵਿੱਚ ਪੜ੍ਹਿਆ ਸੀ ਬਿਜ਼ਨਸ। ਬਿਜ਼ਨਸ ਮੀਨਸ ਬਿਜ਼ੀਨੈਸ, ਮਤਲਬ ਅ ਸਟੇਟ ਆਫ ਬੀਇੰਗ ਬਿਜ਼ੀ। ਮਤਲਬ ਜਦੋਂ ਕੋਈ ਪਰਸਨ ਇੱਕ ਕੰਮ ਦੇ ਵਿੱਚ ਬਿਜ਼ੀ ਰਹਿੰਦਾ ਤਾਂ ਆਪਾਂ ਕਹਿ ਰਹੇ ਹਾਂ ਕਿ ਉਹ ਬਿਜ਼ਨਸ ਕਰ ਰਿਹਾ, ਠੀਕ ਆ। ਮਤਲਬ ਉਹਦੇ ਵਿੱਚ ਮੇਨ ਪੈਸਾ ਵੀ ਅਰਨ ਕਰ ਰਿਹਾ, ਨੋ ਡਾਊਟ ਵੀ ਉਹ ਪ੍ਰੋਫਿਟ ਕਮਾ ਰਿਹਾ, ਬਟ ਉਹ ਕੀ ਕਰ ਰਿਹਾ ਵਾ? ਉਹ ਕੰਮ ਦੇ ਵਿੱਚ ਬਿਜ਼ੀ ਆ, ਠੀਕ ਆ। ਹੁਣ ਜਿਹੜੀ ਆਪਾਂ 12th ਕਲਾਸ ਆ ਇਹਦੇ ਵਿੱਚ ਆਪਾਂ ਇਹ ਜਿਹੜਾ ਬਿਜ਼ਨਸ ਜੋ ਆਪਾਂ +1 ਦੇ ਵਿੱਚ ਬਿਜ਼ਨਸ ਉਹਦੇ ਟਾਈਪਸ ਸਾਰਾ ਕੁਛ ਡਿਸਕਸ ਕੀਤਾ ਗਾ, ਉਹਨੂੰ ਮੈਨੇਜ ਕਿਵੇਂ ਕਰਨਾ, ਠੀਕ ਆ। +2 ਦੇ ਵਿੱਚ ਉਹਦੀ ਸਟੱਡੀ ਕਰਨੀ ਹੈ, ਮਤਲਬ ਮੈਨੇਜ ਕਿਵੇਂ ਕੀਤਾ ਜਾਂਦਾ ਬਿਜ਼ਨਸ ਨੂੰ, ਠੀਕ ਆ। ਹੁਣ ਇਹਦੀ ਡੈਫੀਨੇਸ਼ਨ ਦੇਖੋ। ਦ ਟਰਮ ਬਿਜ਼ਨਸ ਮੀਨਸ ਦ ਐਕਸਚੇਂਜ ਆਫ ਗੁਡਸ, ਮਨੀ ਔਰ ਸਰਵਿਸਿਜ਼ ਫॉर ਮਿਊਚੁਅਲ ਬੈਨੀਫਿਟਸ। ਬਿਜ਼ਨਸ ਟਰਮ ਦਾ ਮਤਲਬ ਕੀ ਹੈ? ਜਦੋਂ ਲੈਣ ਦੇਣ ਹੁੰਦਾ ਗੁਡਸ ਦਾ ਜਾਂ ਪੈਸੇ ਦਾ ਜਾਂ ਸਰਵਿਸਿਜ਼ ਦਾ, ਕਾਹਦੇ ਲਈ? ਮਿਊਚੁਅਲ ਬੈਨੀਫਿਟਸ ਲਈ, ਮਤਲਬ ਆਪਸ ਦੇ ਲਈ ਦੋਨਾਂ ਜਾਣਿਆਂ ਦਾ ਫਾਇਦਾ ਹੋਵੇ। ਜਿਹੜਾ ਗੁਡਸ ਐਕਸਚੇਂਜ ਕਰ ਰਿਹਾ, ਕੋਈ ਮਨੀ ਐਕਸਚੇਂਜ ਕਰ ਰਿਹਾ ਜਾਂ ਸਰਵਿਸ, ਮਤਲਬ ਦੋਨਾਂ ਦਾ ਫਾਇਦਾ ਹੋਵੇ। ਇੱਕ ਨੂੰ ਪੈਸਾ ਮਿਲ ਰਿਹਾ, ਇੱਕ ਨੂੰ ਸਮਾਨ ਮਿਲ ਰਿਹਾ, ਦੈਟ ਮੀਨਸ ਉਹ ਕੀ ਕਰ ਰਹੇ ਨੇ? ਬਿਜ਼ਨਸ ਕਰ ਰਹੇ, ਠੀਕ ਆ। ਨੈਕਸਟ ਦੇਖੋ ਇਹਦੇ ਵਿੱਚ ਕਲਾਸੀਫਿਕੇਸ਼ਨ ਆਫ
ਬਿਜ਼ਨਸ ਐਕਟੀਵਿਟੀਜ਼। ਬਿਜ਼ਨਸ ਐਕਟੀਵਿਟੀਜ਼ ਨੂੰ ਆਪਾਂ ਟੂ ਟਾਈਪਸ ਦੇ ਵਿੱਚ ਡਿਵਾਈਡ ਕਰ ਸਕਦੇ ਹਾਂ। ਫਸਟ ਹੈ ਇੰਡਸਟਰੀ ਐਂਡ ਸੈਕਿੰਡ ਹੈ ਕਮਰਸ। ਇੰਡਸਟਰੀ ਦੇ ਵਿੱਚ ਆਪਾਂ ਆਲਰੇਡੀ ਡਿਸਕਸ ਕੀਤਾ, ਜਿਵੇਂ ਪ੍ਰਾਇਮਰੀ ਇੰਡਸਟਰੀ ਹੋ ਗਈ, ਸੈਕੰਡਰੀ ਇੰਡਸਟਰੀ ਹੋ ਗਈ, ਠੀਕ ਆ। ਉਹਦੇ ਵਿੱਚ ਫਰਦਰ ਟਾਈਪਸ ਸੀਗੇ ਜੈਨੇਟਿਕ ਵਗੈਰਾ, ਠੀਕ ਆ। ਜਿਹੜੀ ਇੰਡਸਟਰੀ ਐਕਚੁਅਲ 'ਚ ਕਹਿੰਦੇ ਕਿਹਨੂੰ ਆ, ਜਦੋਂ ਨੰਬਰ ਆਫ ਸੇਮ ਕਾਇੰਡ ਦੀਆਂ ਯੂਨਿਟਸ ਜਾਂ ਨੰਬਰ ਆਫ ਯੂਨਿਟਸ ਕੁਛ ਮੈਨੂਫੈਕਚਰ ਕਰਦੀਆਂ ਇਕੱਠੀਆਂ ਲੱਗੀਆਂ ਹੋਈਆਂ ਨੇ, ਉੱਥੋਂ ਕੋਈ ਚੀਜ਼ ਕਿਸੇ ਚੀਜ਼ ਦੀ ਪ੍ਰੋਡਕਸ਼ਨ ਹੋ ਰਹੀ ਆ, ਤਾਂ ਉਹ ਇੰਡਸਟਰੀ ਆ। ਕਮਰਸ ਦੇ ਵਿੱਚ ਕੀ ਆਉਂਦਾ ਵਾ, ਜੋ ਵੀ ਅਸੀਂ ਕੰਮ ਕਰ ਰਹੇ ਹਾਂ ਉਹਦੇ ਵਿੱਚ ਇਹਦੇ ਵਿੱਚ ਕੋਈ ਚੀਜ਼ ਪ੍ਰੋਡਿਊਸ ਤਾਂ ਨਹੀਂ ਹੁੰਦੀ, ਬਟ ਸਾਡੇ ਕੰਮ ਨੂੰ ਸੌਖਾ ਕਰਨ 'ਚ ਹੈਲਪ ਕਰਦੀ ਆ ਕਮਰਸ। ਇਹਦੇ ਵਿੱਚ ਕਾਫੀ ਸਾਰੀਆਂ ਐਕਟੀਵਿਟੀਜ਼ ਆਉਂਦੀਆਂ, ਜਿਵੇਂ ਬੈਂਕਿੰਗ ਸਿਸਟਮ ਹੋ ਗਿਆ, ਇਹਦੇ ਵਿੱਚ ਸਾਰਾ ਇੰਸ਼ੋਰੈਂਸ ਕੰਪਨੀਜ਼ ਹੋ ਗਈਆਂ, ਠੀਕ ਆ, ਵੇਅਰ ਹਾਊਸਿੰਗ ਹੋ ਗਿਆ। ਇਹਨਾਂ ਸਾਰੀਆਂ ਸਰਵਿਸਿਜ਼ ਦੇ ਵਿੱਚ ਕੁਛ ਨਵੀਂ ਚੀਜ਼ ਪ੍ਰੋਡਿਊਸ ਨਹੀਂ ਹੁੰਦੀ, ਬਟ ਐਕਚੁਅਲ ਦੇ ਵਿੱਚ ਹੀ ਸਾਡੇ ਬਿਜ਼ਨਸ 'ਚ ਹੈਲਪ ਕਰਨ ਦੇ ਲਈ ਹੁੰਦੀ ਹੈ ਕਮਰਸ, ਠੀਕ ਆ। ਨੈਕਸਟ ਹੈ ਆਪਾਂ ਪੜ੍ਹੀਆਂ ਸੀਗੀਆਂ ਬਿਜ਼ਨਸ ਔਰਗੇਨਾਈਜੇਸ਼ਨ ਦੇ ਟਾਈਪਸ, ਲਾਈਕ ਜਿਵੇਂ ਸੋਲ ਪ੍ਰੋਪਰਾਈਟਰਸ਼ਿਪ, ਇਹਦੇ ਵਿੱਚ ਇੱਕ ਸਿੰਗਲ ਪਰਸਨ ਹੀ ਓਨਰ ਹੁੰਦਾ ਆਪਦੇ ਬਿਜ਼ਨਸ ਦਾ, ਠੀਕ ਹੈ। ਫਿਰ ਆਪਾਂ ਪਾਰਟਨਰਸ਼ਿਪ ਫਾਰਮ ਆਫ ਔਰਗੇਨਾਈਜੇਸ਼ਨ ਬਾਰੇ ਪੜ੍ਹਿਆ ਸੀ, ਜਿਹਦੇ ਵਿੱਚ ਕਾਫੀ ਸਾਰੇ ਪਾਰਟਨਰਸ ਹੁੰਦੇ ਆ ਜਿਹੜੇ ਇਕੱਠੇ ਰਲ ਕੇ ਇੱਕ ਬਿਜ਼ਨਸ ਨੂੰ ਰਨ ਕਰਦੇ ਆ। ਨੈਕਸਟ ਸੀਗਾ ਹਿੰਦੂ ਅਨਡਿਵਾਈਡਡ ਫੈਮਿਲੀ ਬਿਜ਼ਨਸ। ਇਹਦੇ ਵਿੱਚ ਕੀ ਸੀਗਾ, ਜਿਹੜਾ ਇੱਕ ਹਿੰਦੂ ਅਨਡਿਵਾਈਡਡ ਫੈਮਿਲੀ ਮਤਲਬ ਇੱਕ ਜੁਆਇੰਟ ਫੈਮਿਲੀ ਹੁੰਦੀ ਆ, ਉਹਦਾ ਇੱਕ ਮੇਨ ਹੈੱਡ ਹੁੰਦਾ ਜਿਹਨੂੰ ਕਰਤਾ ਬੋਲਦੇ ਆ, ਬਾਕੀ ਜਿਹੜੇ ਉਹਦੇ ਅੰਡਰ ਕੰਮ ਕਰਦੇ ਆ ਉਹਨੂੰ ਕਾਰਪੋਰੇਟ ਸੈਨਰਸ ਕਹਿੰਦੇ ਆ ਆਪਾਂ, ਠੀਕ ਆ। ਸੋ ਇਹਦੇ ਵਿੱਚ ਬਾਰੇ ਪੜ੍ਹਿਆ ਸੀਗਾ। ਨੈਕਸਟ ਹੈਗਾ ਕੋਆਪਰੇਟਿਵ ਸੁਸਾਇਟੀਜ਼। ਜਿਹੜੀਆਂ ਕੋਆਪਰੇਟਿਵ ਸੁਸਾਇਟੀਜ਼ ਹੁੰਦੀਆਂ ਨੇ, ਇਹ ਮੇਨਲੀ ਜਿਹੜੇ ਲੋ ਇਨਕਮ ਗਰੁੱਪ ਵਾਲੇ ਲੋਕ ਹੁੰਦੇ ਆ ਉਹਨਾਂ ਦੇ ਦੁਆਰਾ ਬਣਾਈਆਂ ਜਾਂਦੀਆਂ ਨੇ, ਤਾਂ ਕਿ ਉਹ ਆਪਦੇ ਫਾਇਦੇ ਲਈ ਇੱਕ ਇਕੱਠਾ ਸਮਾਨ ਕਿਤੋਂ ਖਰੀਦ ਲਿਆਉਂਦੇ ਆ, ਠੀਕ ਆ। ਫਿਰ ਆਪਦੇ ਮੈਂਬਰਸ ਦੇ ਵਿੱਚ ਉਹ ਘੱਟ ਤੋਂ ਘੱਟ ਪ੍ਰਾਈਸ 'ਤੇ ਡਿਸਟਰੀਬਿਊਟ ਕਰ ਲੈਂਦੇ ਆ, ਮਤਲਬ ਉਹ ਆਪਦੇ ਵਿੱਚੋਂ ਹੋਲਸੇਲਰ ਅਤੇ ਰਿਟੇਲਰ ਨੂੰ ਰਿਮੂਵ ਕਰਦੇ ਆ, ਸਿੱਧਾ ਹੀ ਮੈਨੂਫੈਕਚਰ ਤੋਂ ਸਮਾਨ ਲੈ ਆਉਂਦੇ ਆ, ਠੀਕ ਆ। ਨੈਕਸਟ ਸੀਗੀਆਂ ਜੁਆਇੰਟ ਸਟਾਕ ਕੰਪਨੀ। ਜੁਆਇੰਟ ਸਟਾਕ ਕੰਪਨੀ ਦੇ ਵਿੱਚ ਫਰਦਰ ਇਹਦੇ ਟੂ ਟਾਈਪਸ ਸੀਗੇ, ਜਿਵੇਂ ਮੰਨ ਲਓ ਪਬਲਿਕ ਕੰਪਨੀ ਐਂਡ ਪ੍ਰਾਈਵੇਟ ਕੰਪਨੀ। ਸੋ ਪਬਲਿਕ ਕੰਪਨੀ ਉਹ ਕੰਪਨੀ ਹੁੰਦੀ ਹੈ ਜਿਹਦੇ ਵਿੱਚ ਨੰਬਰ ਆਫ ਮੈਂਬਰਸ, ਮਿਨੀਮਮ ਨੰਬਰ ਆਫ ਮੈਂਬਰਸ 7 ਹੁੰਦੇ ਆ, ਐਂਡ ਮੈਕਸੀਮਮ ਦੀ ਇਹਦੀ ਕੋਈ ਲਿਮਿਟ ਨਹੀਂ ਹੁੰਦੀ, ਠੀਕ ਆ। ਨੈਕਸਟ ਸੀਗੀ ਪ੍ਰਾਈਵੇਟ ਕੰਪਨੀ। ਪ੍ਰਾਈਵੇਟ ਕੰਪਨੀ ਦੇ ਵਿੱਚ ਮਿਨੀਮਮ ਨੰਬਰ ਆਫ ਮੈਂਬਰਸ ਜੇ ਫਾਰਮ ਕਰਨੀ ਕਿਸੇ ਨੇ ਪ੍ਰਾਈਵੇਟ ਕੰਪਨੀ, ਤਾਂ ਉਹ 2 ਹੁੰਦੇ ਨੇ, ਬਟ ਜਿਹੜੇ ਮੈਕਸੀਮਮ ਦੀ ਲਿਮਿਟ ਆ ਉਹ 200 ਹੁੰਦੀ ਹੈ, ਠੀਕ ਆ। ਨੈਕਸਟ ਜਿਹੜੇ ਟੌਪਿਕਸ ਆਪਾਂ ਪ੍ਰੀਵੀਅਸ ਕਲਾਸ ਦੇ ਵਿੱਚ ਪੜ੍ਹੇ ਆ ਉਹ ਹੈ ਮਲਟੀ ਨੈਸ਼ਨਲ ਕੰਪਨੀਜ਼। ਮਲਟੀ ਨੈਸ਼ਨਲ ਕੰਪਨੀਜ਼ ਉਹ ਕੰਪਨੀਜ਼ ਹੁੰਦੀਆਂ ਨੇ ਜਿਨ੍ਹਾਂ ਦਾ ਆਪਦਾ ਜਿਹੜਾ ਮੇਨ ਸੈਂਟਰ ਆ ਜਾਂ ਮੇਨ ਹੈੱਡ ਆਫਿਸ ਆ ਉਹ ਕਿਸੇ ਹੋਰ ਕੰਟਰੀ 'ਚ ਹੁੰਦਾ, ਬਟ ਉਹਨਾਂ ਜਿਹੜਾ ਆਪਰੇਸ਼ਨ ਆ ਜਾਂ ਵਰਕਿੰਗ ਆ ਉਹ ਡਿਫਰੈਂਟ ਕੰਟਰੀਜ਼ ਦੇ ਵਿੱਚ ਹੁੰਦੀ ਆ। ਲਾਈਕ ਜਿਵੇਂ ਪੈਪਸੀ ਹੋ ਗਿਆ, ਕੋਕਾ ਕੋਲਾ ਹੋ ਗਿਆ, ਇਹ ਅਮੈਰੀਕਨ ਕੰਪਨੀਜ਼ ਨੇ, ਇਹਨਾਂ ਦਾ ਹੈੱਡ ਆਫਿਸ ਅਮੈਰੀਕਾ 'ਚ ਆ। ਇਸੇ ਤਰੀਕੇ ਨਾਲ ਸੁਜ਼ੂਕੀ, ਸੋਨੀ, ਇਹ ਜੈਪਨੀਜ਼ ਕੰਪਨੀਜ਼ ਨੇ, ਠੀਕ ਆ। ਸੋ ਇਹਨਾਂ ਦੇ ਮੇਨ ਜਿਹੜੇ ਹੈੱਡ ਆਫਿਸ ਨੇ ਉਹ ਜਾਪਾਨ ਦੇ ਵਿੱਚ ਨੇ। ਨੈਕਸਟ ਹੈ ਆਪਣੇ ਕੋਲੇ ਬਿਜ਼ਨਸ ਸਰਵਿਸਿਜ਼। ਬਿਜ਼ਨਸ ਸਰਵਿਸਿਜ਼ ਮੀਨਸ ਉਹ ਸਰਵਿਸਿਜ਼ ਜਿਹਦੀ ਹੈਲਪ ਦੇ ਨਾਲ ਸਾਡਾ ਬਿਜ਼ਨਸ ਬਹੁਤ ਈਜ਼ੀ ਹੋ ਜਾਂਦਾ, ਮਤਲਬ ਆਪਾਂ ਨੂੰ ਉਹ ਕੰਮ ਕਰਨਾ ਸੌਖਾ ਹੋ ਜਾਂਦਾ। ਪਹਿਲੀ ਹੈ ਬੈਂਕਿੰਗ ਸਰਵਿਸ। ਬੈਂਕਿੰਗ ਸਰਵਿਸ ਕਿਵੇਂ ਹੈਲਪ ਕਰਦੀ ਆ, ਲੋਨਸ ਵਗੈਰਾ ਦੇ ਕੇ, ਠੀਕ ਆ। ਲੌਂਗ ਟਰਮ, ਸ਼ਾਰਟ ਟਰਮ ਕੈਪੀਟਲ ਦੀਆਂ ਜਿਹੜੀਆਂ ਰਿਕੁਆਇਰਮੈਂਟਸ ਨੇ ਉਹਨਾਂ ਨੂੰ ਇਹ ਪੂਰਾ ਕਰਦੀ ਆ। ਨੈਕਸਟ ਹੈ ਟਰਾਂਸਪੋਰਟੇਸ਼ਨ, ਮਤਲਬ ਟਰਾਂਸਪੋਰਟੇਸ਼ਨ ਦੀ ਹੈਲਪ ਦੇ ਨਾਲ ਆਵਾਜਾਈ ਮਤਲਬ ਦੇ ਸਾਧਨ ਆ ਜਾਂਦੇ, ਇਹਦੇ ਵਿੱਚ ਬਾਏ ਰੇਲ ਆ ਜਾਂਦਾ ਵਾ, ਬਾਏ ਰੋਡ ਆ ਜਾਂਦਾ, ਬਾਏ ਸੀ, ਠੀਕ ਆ, ਬਾਏ ਏਅਰ। ਸੋ ਇਹ ਸਾਰੀ ਟਰਾਂਸਪੋਰਟੇਸ਼ਨ ਦੇ ਵਿੱਚ ਆ ਜਾਂਦੀ ਆ। ਨੈਕਸਟ ਹੈ ਇਹਦੇ ਵਿੱਚ ਐਡਵਰਟਾਈਜ਼ਿੰਗ ਐਂਡ ਸੇਲਜ਼ ਪ੍ਰਮੋਸ਼ਨ, ਮਤਲਬ ਐਡ ਵਗੈਰਾ ਦੇ ਕੇ ਆਪਦੇ ਪ੍ਰੋਡਕਟ ਨੂੰ ਅੱਗੇ ਪ੍ਰਮੋਟ ਕੀਤਾ ਜਾਂਦਾ। ਉਹ TV ਦੇ ਵਿੱਚ ਵੀ ਐਡ ਆਉਂਦੀ ਆ, ਠੀਕ ਆ, ਉਹ ਨਿਊਜ਼ਪੇਪਰ ਦੇ ਵਿੱਚ ਵੀ ਆਉਂਦੀ ਆ। ਇਸੇ ਤਰੀਕੇ ਨਾਲ ਸੇਲਜ਼ ਪ੍ਰਮੋਸ਼ਨ ਕੀ ਹੁੰਦਾ, ਕਿਸੇ ਚੀਜ਼ ਦੀ ਸੇਲ ਨੂੰ ਜਾਂ ਉਹਦੀ ਵਿਕਰੀ ਨੂੰ ਵਧਾਉਣ ਦੇ ਲਈ ਕੁਛ ਤਰੀਕੇ ਅਪਣਾਏ ਜਾਂਦੇ ਆ, ਠੀਕ ਆ। +2 ਕਲਾਸ ਦੇ ਵਿੱਚ ਆਪਾਂ ਇਹ ਡਿਟੇਲ 'ਚ ਡਿਸਕਸ ਕਰਾਂਗੇ, ਮਤਲਬ ਜਿਵੇਂ ਕੋਈ ਡਿਸਕਾਊਂਟ ਵਗੈਰਾ ਦੇ ਕੇ, ਠੀਕ ਆ। ਨੈਕਸਟ ਹੈ ਆਪਣੇ ਕੋਲੇ ਵੇਅਰ ਹਾਊਸਿੰਗ। ਵੇਅਰ ਹਾਊਸਿੰਗ ਹੁੰਦਾ, ਫੋਰ ਐਗਜ਼ਾਮਪਲ ਆਪਾਂ ਕੋਈ ਸਮਾਨ ਆ ਉਹ ਪ੍ਰੋਡਿਊਸ ਕਰ ਲਿਆ, ਲਾਈਕ ACs ਨੇ, ਹੁਣ ਜਿਵੇਂ ਅੱਗੇ ਸਮਰ ਸੀਜ਼ਨ ਆਉਣਾ, ਗਰਮੀ ਦਾ ਸੀਜ਼ਨ ਆਉਣਾ, ਠੀਕ ਆ। ਇਹਦੇ ਵਿੱਚ ਆਪਾਂ ਨੂੰ ਕੂਲਰ ਅਤੇ ACs ਦੀ ਜ਼ਿਆਦਾ ਰਿਕੁਆਇਰਮੈਂਟ ਹੁੰਦੀ ਆ, ਤਾਂ ਇਹਦਾ ਮਤਲਬ ਇਹ ਨਹੀਂ ਵੀ ਜਦੋਂ ਆਪਾਂ ਔਡਰ ਦੇਵਾਂਗੇ ਚੀਜ਼ ਉਦੋਂ ਹੀ ਬਣੀ ਆ। ਐਕਚੁਅਲ ਦੇ ਵਿੱਚ ਉਹ ਵਿੰਟਰ ਸੀਜ਼ਨ ਦੇ ਵਿੱਚ ACs ਅਤੇ ਕੂਲਰ ਬਣ ਚੁੱਕੇ ਆ, ਠੀਕ ਆ। ਹੁਣ ਉਹ ਵੇਅਰ ਹਾਊਸ ਦੇ ਵਿੱਚ ਪਏ ਆ। ਜਿਵੇਂ ਐਜ਼ ਪਰ ਹਿਊਮਨ ਬੀਇੰਗ ਦੀਆਂ ਰਿਕੁਆਇਰਮੈਂਟਸ ਆਈ ਜਾਣਗੀਆਂ ਜਾਂ ਡਿਮਾਂਡ ਆਊਗੀ, ਉਸੇ ਤਰੀਕੇ ਨਾਲ ਆਪਾਂ ਨੂੰ ਵੇਅਰ ਹਾਊਸ 'ਚ ਚੀਜ਼ ਮਿਲ ਜੂਗੀ। ਨੈਕਸਟ ਹੈਗਾ ਬਿੱਲ ਡਿਸਕਾਊਂਟਿੰਗ। ਬਿੱਲ ਡਿਸਕਾਊਂਟਿੰਗ ਕੀ ਹੁੰਦਾ, ਫੋਰ ਐਗਜ਼ਾਮਪਲ ਕਿਸੇ ਪਰਸਨ ਨੇ ਕੋਈ ਸਮਾਨ ਵੇਚਤਾ, ਠੀਕ ਆ, ਬਟ ਉਹਨੂੰ ਉਸ ਚੀਜ਼ ਦੀ ਜਿਹੜੀ ਪੈਸੇ ਦੀ ਰਿਸੀਵ ਉਹਨੇ ਪੈਸੇ ਕਰਨੇ ਆ, ਉਹਨੂੰ ਕਾਫੀ ਟਾਈਮ ਬਾਅਦ ਮਤਲਬ 1 ਮੰਥ ਬਾਅਦ ਮਿਲਣੇ ਆ, ਬਟ ਉਹਨੂੰ ਇਮੀਡੀਏਟ ਜ਼ਰੂਰਤ ਪੈ ਗਈ ਉਹ ਪੈਸਿਆਂ ਦੀ, ਤਾਂ ਉਹ ਕੀ ਕਰੂਗਾ, ਉਹ ਜਾ ਕੇ ਜਿਹੜਾ ਉਹ ਬਿੱਲ ਆ ਉਹ ਇੱਕ ਬੈਂਕ ਦੇ ਕੋਲ ਲੈ ਜਾਊਗਾ, ਬਟ ਉਹਦੇ ਵਿੱਚ ਥੋੜ੍ਹੀ ਜਿਹੀ ਅਮਾਊਂਟ ਕੱਟ ਕੇ, ਥੋੜ੍ਹੇ ਚਾਰਜਸ ਕੱਟ ਕੇ ਬੈਂਕ ਉਹਨੂੰ ਪੇਮੈਂਟ ਕਰ ਦਿੰਦੀ ਆ। ਉਹ ਪਰਸਨ ਦੀ ਰਿਕੁਆਇਰਮੈਂਟ ਪੂਰੀ ਹੋ ਗਈ, ਬਟ ਜਿਹੜੀ ਹੁਣ ਐਕਚੁਅਲ 'ਚ ਪੇਮੈਂਟ 1 ਮੰਥ ਬਾਅਦ ਹੋਣੀ ਸੀ, ਤਾਂ ਬੈਂਕ ਉਹ ਪਰਸਨ ਤੋਂ ਪੈਸੇ ਲੈ ਲੂਗੀ, ਠੀਕ ਆ। ਨੈਕਸਟ ਹੈ ਇੰਸ਼ੋਰੈਂਸ।
ਹੁਣ ਦੇਖੋ ਬਿਜ਼ਨਸ ਕਰਦੇ ਟਾਈਮ ਕਾफ़ी ਸਾਰੀਆਂ ਪ੍ਰੋਬਲਮਸ ਆ ਜਾਂਦੀਆਂ ਨੇ, ਮਤਲਬ ਅੱਗ ਵਗੈਰਾ ਲਾ ਕੇ ਹੋ ਸਕਦਾ ਨੁਕਸਾਨ, ਪਾਣੀ ਨਾ ਹੋ ਸਕਦਾ ਵਾ, ਠੀਕ ਆ। ਸੋ ਉਹ ਸਾਰੀਆਂ ਇੱਦਾਂ ਦੇ ਰਿਸਕ ਨੂੰ ਕਵਰ ਕਰਨ ਦੇ ਲਈ ਇੰਸ਼ੋਰੈਂਸ ਜ਼ਰੂਰੀ ਆ। ਨੈਕਸਟ ਹੈ ਅੰਡਰ ਰਾਈਟਿੰਗ। ਅੰਡਰ ਰਾਈਟਿੰਗ ਮੀਨਸ ਮਤਲਬ ਇੱਕ ਪਰਸਨ ਜਾਂ ਕੋਈ ਫਾਈਨੈਂਸ਼ੀਅਲ ਏਜੰਸੀ ਹੁੰਦੀ ਆ ਜਿਹੜੀ ਕਿਸੇ ਕੰਪਨੀ ਦੇ ਸ਼ੇਅਰਸ ਨੂੰ ਵੇਚਣ ਦੀ ਜਾਂ ਆਪਾਂ ਕਹਿ ਦਈਏ ਸੈੱਲ ਕਰਨ ਦੀ ਰਿਸਪੌਂਸਿਬਿਲਿਟੀ ਲੈਂਦੀ ਆ, ਠੀਕ ਆ। ਫੋਰ ਐਗਜ਼ਾਮਪਲ ਕੋਈ ਬੈਂਕ ਆ, ਉਹਨਾਂ ਨੇ ਰਿਸਪੌਂਸਿਬਿਲਿਟੀ ਲੈ ਲਈ ਕਿਸੇ ਪਰਟੀਕੂਲਰ ਕੰਪਨੀ ਦੇ ਸ਼ੇਅਰਸ ਨੂੰ ਸੈੱਲ ਕਰਨ ਦੀ, ਬਟ ਜੇ ਉਹ ਕੰਪਨੀ ਪੂਰੇ ਸਾਰੇ ਸ਼ੇਅਰਸ ਜਾਂ ਆਪਾਂ ਕਹਿ ਦਈਏ ਜਾਂ ਉਹ ਬੈਂਕ ਪੂਰੇ ਸ਼ੇਅਰ ਸੈੱਲ ਨਾ ਕਰ ਸਕੀ ਤਾਂ ਉਹ ਬੈਂਕ ਨੂੰ ਖੁਦ ਨੂੰ ਉਹ ਅਨਸਬਸਕ੍ਰਾਈਬਡ ਸ਼ੇਅਰ ਆਪ ਖਰੀਦਣੇ ਪੈਣਗੇ, ਠੀਕ ਆ। ਸੋ ਬ੍ਰੋਕਰ ਤੇ ਅੰਡਰ ਰਾਈਟਰ ਦੇ ਵਿੱਚ ਇੰਨਾ ਹੀ ਫਰਕ ਹੁੰਦਾ। ਬ੍ਰੋਕਰ ਹੁੰਦਾ ਇੱਕ ਦਲਾਲ ਜਿਹਨੇ ਜਸਟ ਇੱਕ ਸੈਲਰ ਤੇ ਇੱਕ ਬਾਇਰ ਨੂੰ ਇਕੱਠਾ ਕਰਨਾ ਹੁੰਦਾ ਤੇ ਇੱਕ ਵਿੱਚੋਂ ਕਮਿਸ਼ਨ ਲੈਣਾ ਹੁੰਦਾ ਸ਼ੇਅਰ ਵੇਚਦੇ ਸਮੇਂ, ਠੀਕ ਆ। ਬਟ ਜਿਹੜਾ ਅੰਡਰ ਰਾਈਟਰ ਹੁੰਦਾ ਇਹਨੇ ਸ਼ੇਅਰਸ ਨੂੰ ਸੈੱਲ ਕਰਨ ਦੀ ਰਿਸਪੌਂਸਿਬਿਲਿਟੀ ਲੈਣੀ ਹੁੰਦੀ ਆ, ਬਟ ਜੇ ਨਾ ਸੈੱਲ ਕਰ ਸਕਣ ਤਾਂ ਇਹਨੇ ਕੀ ਕਰਨਾ ਹੁੰਦਾ ਅੰਡਰ ਰਾਈਟਰ ਨੂੰ, ਉਹ ਬਾਕੀ ਜਿਹੜੇ ਰਿਮੇਨਿੰਗ ਸ਼ੇਅਰਸ ਨੇ ਜਿਹੜੇ ਅਨਸੋਲਡ ਰਹਿ ਗਏ ਉਹ ਖੁਦ ਬਾਏ ਕਰਨੇ ਪੈਂਦੇ ਆ। ਨੈਕਸਟ ਟੌਪਿਕ ਹੈ ਹਾਇਰ ਪਰਚੇਜ਼। ਦੇਖੋ ਹਾਇਰ ਪਰਚੇਜ਼ ਦੇ ਵਿੱਚ ਕੀ ਹੁੰਦਾ, ਜਿਵੇਂ ਸਪੋਜ਼ ਕਰ ਲਓ ਕੋਈ ਸਮਾਨ ਆ, ਆਪਾਂ ਉਹਨੂੰ ਲੈ ਲਿਆ, ਉਹ ਆਪਾਂ ਨੂੰ ਇੰਸਟਾਲਮੈਂਟ 'ਤੇ ਮਿਲ ਗਿਆ, ਠੀਕ ਆ, ਕਿਸ਼ਤਾਂ 'ਤੇ ਮਿਲ ਗਿਆ। ਜਦੋਂ ਤੱਕ ਆਪਾਂ ਲਾਸਟ ਜਿਹੜੀ ਉਹਦੀ ਕਿਸ਼ਤ ਆ ਜਾਂ ਇੰਸਟਾਲਮੈਂਟ ਆ ਪੇ ਨਹੀਂ ਕਰ ਦਿੰਦੇ, ਉਹਨਾਂ ਚਿਰ ਤੱਕ ਉਹ ਚੀਜ਼ ਸਾਡੇ ਨਾਮ 'ਤੇ ਨਹੀਂ ਹੋ ਸਕਦੀ, ਸਾਡੇ ਕੋਲ ਉਹਦੀ ਪੋਜੈਸ਼ਨ ਨਹੀਂ ਆ ਸਕਦੀ, ਠੀਕ ਆ। ਇੰਸਟਾਲਮੈਂਟ ਕ੍ਰੈਡਿਟ ਕੀ ਹੁੰਦਾ, ਇਹਦੇ ਵਿੱਚ ਆਪਾਂ ਕੋਈ ਚੀਜ਼ ਕਿਸ਼ਤਾਂ 'ਤੇ ਲੈ ਲੈਂਦੇ ਹਾਂ, ਬਟ ਫਸਟ ਡੇ ਇੱਕ ਕਿਸ਼ਤ ਦੇਣ ਤੋਂ ਬਾਅਦ ਹੀ ਉਹ ਚੀਜ਼ ਸਾਡੀ ਪੋਜੈਸ਼ਨ 'ਚ ਆ ਜਾਂਦੀ ਹੈ, ਮਤਲਬ ਸਾਡੇ ਕੋਲੇ ਆ ਜਾਂਦੀ ਆ, ਠੀਕ ਆ। ਲਾਸਟ ਹੈ ਇਹਦੇ ਵਿੱਚ ਡੀਮੈਟ ਸਰਵਿਸ। ਡੀਮੈਟ ਸਰਵਿਸ ਮਤਲਬ ਡਿਪੋਜ਼ਟਰੀਜ਼। ਜਿਵੇਂ ਆਪਾਂ ਆਪਦੇ ਬੈਂਕ ਅਕਾਊਂਟ ਦੇ ਵਿੱਚ ਸਾਨੂੰ ਪੈਸੇ ਸ਼ੋ ਹੁੰਦੇ ਆ ਵੀ ਸਾਡੇ ਬੈਂਕ ਦੇ ਅਕਾਊਂਟ ਦੇ ਵਿੱਚ ਇੰਨੇ ਅਮਾਊਂਟ ਹੈਗੀ ਆ, ਠੀਕ ਆ। ਉਸੇ ਤਰੀਕੇ ਨਾਲ ਇਹ ਜਿਹੜੀ ਡੀਮੈਟ ਸਰਵਿਸ ਆ ਇਹ ਉਹਨਾਂ ਲੋਕਾਂ ਲਈ ਆ ਜਿਨ੍ਹਾਂ ਦੇ ਨੇਮ 'ਤੇ ਸ਼ੇਅਰਸ ਹੁੰਦੇ ਆ। ਪਹਿਲਾਂ ਪੁਰਾਣੇ ਟਾਈਮ 'ਚ ਕੀ ਸੀਗਾ ਕਿ ਜਿਹੜੇ ਸ਼ੇਅਰਸ ਹੁੰਦੇ ਸੀ ਇਹਨਾਂ ਦੇ ਸਰਟੀਫਿਕੇਟ ਹੁੰਦੇ ਸੀ ਵੀ ਆਹ ਪਰਟੀਕੂਲਰ ਪਰਸਨ ਦੇ ਆਹ ਕੰਪਨੀ ਦੇ ਵਿੱਚ ਇੰਨੇ ਸ਼ੇਅਰ ਨੇ, ਠੀਕ ਆ। ਬਟ ਉਹਨਾਂ ਦੇ ਨੁਕਸਾਨ ਕਾਫੀ ਸੀਗੇ, ਜਿਵੇਂ ਕਿ ਉਹ ਗੁੰਮ ਸਕਦੇ ਸੀਗੇ ਉਹ ਸਰਟੀਫਿਕੇਟ, ਠੀਕ ਆ। ਸੋ ਪ੍ਰੋਬਲਮਸ ਕ੍ਰੀਏਟ ਹੁੰਦੀਆਂ ਸੀ। ਸੋ ਇਸ ਕਰਕੇ ਡੀਮੈਟ ਸਰਵਿਸ ਕੀ ਆ, ਆਪਣਾ ਇੱਕ ਡੀਮੈਟ ਅਕਾਊਂਟ ਓਪਨ ਹੋ ਜਾਂਦਾ ਜਿਹੜੀਆਂ ਡਿਪੋਜ਼ਟਰੀਜ਼ ਹੁੰਦੀਆਂ ਨੇ। ਆਪਾਂ ਫਰਦਰ ਇਹ ਟੌਪਿਕ ਵੀ +2 ਦੇ ਵਿੱਚ ਪੜ੍ਹਨਾ ਵਾ, ਤਾਂ ਉਹਦੇ ਵਿੱਚ ਅਕਾਊਂਟ ਓਪਨ ਹੋਣ ਤੋਂ ਬਾਅਦ ਜਿਹੜੀ ਵੀ ਕੰਪਨੀ ਦੇ ਸ਼ੇਅਰ ਆਪਾਂ ਖਰੀਦੇ ਹੋਏ ਆ ਉਹ ਸਾਡੇ ਨੇਮ 'ਤੇ ਸ਼ੋ ਹੋਣੇ ਸ਼ੁਰੂ ਹੋ ਜਾਂਦੇ ਆ, ਠੀਕ ਆ ਜੀ। ਅੱਜ ਲਈ ਇੰਨਾ ਹੀ ਆ। ਨੈਕਸਟ ਵੀਡੀਓ ਦੇ ਵਿੱਚ ਆਪਾਂ ਇਹਦੇ ਫਰਦਰ ਜਿਹੜੇ ਟੌਪਿਕਸ ਨੇ ਪ੍ਰੀਵੀਅਸ ਕਲਾਸ 'ਤੇ ਹੀ ਡਿਸਕਸ ਕਰਾਂਗੇ। ਉਸ ਤੋਂ ਨੈਕਸਟ ਵੀਡੀਓ ਦੇ ਵਿੱਚ ਆਪਾਂ ਜਿਹੜੇ ਬਿਜ਼ਨਸ ਨੂੰ ਕਿਵੇਂ ਮੈਨੇਜ ਕਰਨਾ ਨਿਊ ਕਲਾਸ ਦੇ ਜਿਹੜੇ ਟੌਪਿਕਸ ਨੇ ਉਹ ਸਟਾਰਟ ਕਰਾਂਗੇ, ਠੀਕ ਹੈ। ਥੈਂਕ ਯੂ।